सतनाम श्री वाहिगुरु साहिब जीओ। जेता समुंद सागर नीर भरिया, तेते अवगुण हमारे। दया करो किछ मेहरो पावो, डुबदे पत्थर तारे। जिया डागना बराबर दबै, पीतर वगै घाती। प्राणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। जुगो जुग अटल चवर छत्र तखत दे मालक, दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठे गुरु प्यारी। गुरु सवारी गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बैठण दी किरपालता करिए। समय और सुआसां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। सतगुरां दियां खुशियां प्राप्त करिए। आप संगत ने जो हुण तक लड़ीवार शब्द विचार कथा गुरबाणी सरवण करना कीती है, विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी इधर सतगुरु जी ने राम राय दे डेरे दे विच पापी मसंदा नूं, माड़ी मत वाले मसंदा नूं सोधना कीता, नरकां दे विच पहुंचा दिता। उन्हां नूं दंड दे के मार के ते उन्हां पापां दे जिहड़े आधार ते सिखां नूं दुख कष्ट कलेश प्राप्त हुंदा सी, क्योंकि मसंद है ना जिहड़े उस वक्त सतगुरु गुरु नानक दे दर करदे सिख संगत दे नाल बहुत माड़ा व्यवहार करदे सन। मन भाउंदी वस्त भेट प्राप्त करदे सन, चंगा खांदे सन, मंदा बोलदे सन। सतगुरु नानक दे दर कर दीआं वस्तां खा के भिट चुके सन। सतगुरु जी ने उन्हां मसंदां नूं सोधिया, उन्हां ते पूर्ण तौर ते सोधा ला के उन्हां नूं नरकां दे विच पहुंचाया। उस वक्त गुरु प्यारिओ गुरु सतगुरु जी ने उत्थों हुण पाउंटा साहिब दी धरती वल चाले पाउण दी विचार बनाई। इधर जिहड़े सतगुरु जी पाउंटा साहिब दी धरती ते गंगा जिहड़ी है नदी जमुना, ਉਹਦੇ किनारे ते स्थान बहुत वधिया सुंदर सुशोभित है। इस जमुना नदी के किनारे सुंदर पाउंटा साहिब का स्थान सुशोभित है। सतगुरु जी ने इत्थे आउण दी विचार बनाई, चाले पाए तैयारी कीती है। जिमें सतगुरु जी गए बड़े सुचज्जे ढंग दे नाल फौजां नूं तैयार करके 500 फौज घोड़ सवार गुरु सतगुरु दे नाल सिख सूरमे जोधे गए। ते हुण बाब सिद्धर पाउंटा साहिब दी धरती ते आ रहे ने।
ਤੇ ਜਦੋਂ ਪਤਾ ਲੱਗਿਆ ਨਾ ਪੌਂਟਾ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਸੰਗਤ ਨੂੰ ਕਿ ਸਤਿਗੁਰੂ ਜੀ ਵਾਪਸ ਆ ਰਹੇ ਨੇ, ਉਹਨਾਂ ਨੇ ਗੁਰੂ ਸਤਿਗੁਰੂ ਜੀ ਦੇ ਵਾਸਤੇ ਆਓ ਭਗਤ ਜੀ ਆਇਆ ਰਿਸਪੈਕਟ ਕਰਦੇ ਹਾਂ, ਸਤਿਗੁਰੂ ਜੀ ਦੇ ਵਾਸਤੇ ਬੇਅੰਤ ਉਦਾਂ ਦੇ ਕਾਰਜ ਕੀਤੇ ਨੇ। ਸਤਿਗੁਰੂ ਜੀ ਨੂੰ ਅੱਗੇ ਹੋ ਕੇ ਲੈਣ ਵਾਸਤੇ ਗਏ ਨੇ ਤੇ ਜਿਸ ਵੇਲੇ ਸਤਿਗੁਰੂ ਜੀ ਪੌਂਟਾ ਸਾਹਿਬ ਦੀ ਜੂਹ ਵਿਖੇ ਪਹੁੰਚੇ ਨੇ ਤੇ ਬੜਾ ਅਦਬ ਸਤਿਕਾਰ ਕੀਤਾ। ਸਤਿਗੁਰੂ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ। ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਸਤਿਗੁਰੂ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸ਼ਸ਼ੋਭਤ ਹੋਏ ਨੇ। ਹੁਣ ਜਿਨ੍ਹਾਂ ਸੰਗਤਾਂ ਨੇ ਸਤਿਗੁਰ ਦੇ ਦਰਸ਼ਨ ਨਹੀਂ ਨਾ ਜੇ ਕੀਤੇ, ਉਹ ਦਰਸ਼ਨ ਦੀਦਾਰੇ ਪ੍ਰਾਪਤ ਕਰਕੇ ਬੜੇ ਆਨੰਦ ਪ੍ਰਾਪਤ ਕਰਦੇ ਨੇ, ਖੁਸ਼ੀਆਂ ਪ੍ਰਦਾਨ ਪ੍ਰਾਪਤ ਕਰਦੇ ਨੇ, ਸਤਿਗੁਰ ਦੀ ਉਸਤਤ ਪ੍ਰਾਪਤ ਕਰਦੇ ਨੇ। ਹੁਣ ਇੱਥੇ ਪਤਾ ਲੱਗਿਆ ਕਿ ਸਤਿਗੁਰੂ ਜੀ ਨੇ ਰਾਮ ਰਾਏ ਦੇ ਡੇਰੇ ਦੇ ਵਿੱਚ ਵੱਡੇ ਪਾਪੀਆਂ ਨੂੰ, ਮਸੰਦਾਂ ਨੂੰ ਸੋਧਾ ਲਾ ਕੇ ਨਰਕਾਂ ਦੇ ਵਿੱਚ ਪਹੁੰਚਾ ਦਿੱਤਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦਾ ਦਰ ਘਰ ਇਦਾਂ ਦਾ ਜਿੱਦਾਂ ਦਾ ਕੋਈ ਇੱਥੇ ਕਰਮ ਕਰਦਾ ਉਦਾਂ ਦਾ ਫਲ ਭੋਗਦਾ ਏ। ਮੰਦ ਕਰ ਲਈਏ ਤੇ ਮੰਦ ਕਰਮ ਦਾ ਫਲ ਮੰਦ ਪ੍ਰਾਪਤ ਹੁੰਦਾ ਏ, ਚੰਗੀ ਵਿਚਾਰ ਕਰ ਲਈਏ ਚੰਗੀ ਵਿਚਾਰ ਦਾ ਫਲ ਚੰਗਾ ਪ੍ਰਾਪਤ ਹੁੰਦਾ ਏ। ਹੁਣ ਉਹਨਾਂ ਮਸੰਦਾਂ ਨੇ ਮਾੜੇ ਕਰਮ ਕੀਤੇ, ਮਾੜੇ ਕਰਮਾਂ ਦੇ ਆਧਾਰ ਤੇ ਦੁੱਖ ਪ੍ਰਾਪਤ ਕੀਤਾ ਏ। ਹੁਣ ਜਦੋਂ ਇਹ ਗੱਲ ਪਤਾ ਲੱਗੀ ਸੰਗਤਾਂ ਨੂੰ, ਉਹਨਾਂ ਨੇ ਸਤਿਗੁਰੂ ਜੀ ਦੀ ਉਸਤਤ ਕੀਤੀ ਹੈ। ਸਤਿਗੁਰੂ ਜੀ ਨੂੰ ਵਾਹ ਆਖਦੇ ਨੇ, ਧੰਨਤਾ ਯੋਗ ਕਹਿੰਦੇ ਨੇ ਕਿ ਸਤਿਗੁਰੂ ਜੀ ਬਹੁਤ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ। ਸੰਸਾਰ ਦੇ ਵਿੱਚ ਆਪਣੇ ਪਿਆਰਿਆਂ ਨੂੰ, ਸੇਵਕਾਂ ਨੂੰ, ਸਿੱਖਾਂ ਨੂੰ ਸਤਿਗੁਰੂ ਜੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਾਉਣ ਵਾਲੇ ਇਦਾਂ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਦੀ ਸ਼ਲਾਘਾ ਪੇ ਕਰਦੇ, ਉਸਤਤ ਕਰਦੇ ਨੇ। ਤੇ ਉਸ ਵਕਤ ਗੁਰੂ ਪਿਆਰਿਓ ਸੰਗਤ ਵਿੱਚ ਬਹੁਤ ਉਤਸ਼ਾਹ ਪ੍ਰਾਪਤ ਹੋਇਆ ਜਦੋਂ ਸਤਿਗੁਰੂ ਜੀ ਇੱਥੇ ਵਿਰਾਜਮਾਨ ਹੋਏ। ਹੁਣ ਰੋਜ਼ਾਨਾ ਕਾਫੀ ਸੰਗਤ ਗੁਰੂ ਸਤਿਗੁਰ ਦੇ ਸਨਮੁਖ ਆਉਂਦੀ ਹੈ। ਕਾਫੀ ਸੰਗਤ ਦਰਸ਼ਨ ਦੀਦਾਰੇ ਕਰਕੇ, ਸੇਵਾ ਸਿਮਰਨ ਕਰਕੇ ਜਨਮ ਜੀਵਨ ਸਫਲਾ ਕਰਦੀ, ਔਰ ਕਾਫੀ ਸੰਗਤ ਬਾਅਦ ਵਿੱਚ ਸ਼ੁਭ ਕਾਰਜ ਕਰਕੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਨਗਰਾਂ ਵੱਲ, ਆਪਣੇ ਘਰਾਂ ਵੱਲ ਰਵਾਨਾ ਹੋ ਜਾਂਦੇ ਨੇ, ਵਾਪਸ ਚਲੇ ਜਾਂਦੇ ਨੇ। ਏਦਾਂ ਸਮਾਂ ਬਤੀਤ ਹੁੰਦਾ ਗਿਆ। ਹੁਣ ਸਤਿਗੁਰੂ ਜੀ ਇਸ ਜਮਨਾ ਨਦੀ ਦੇ ਕਿਨਾਰੇ ਪੌਂਟਾ ਸਾਹਿਬ ਦੀ ਧਰਤੀ ਤੇ ਸ਼ਸ਼ੋਭਤ ਹੈ, ਜਿੱਥੇ ਜਮਨਾ ਨਦੀ ਦਾ ਕਾਲੇ ਰੰਗ ਦਾ ਪਾਣੀ ਵਗ ਰਿਹਾ, ਪ੍ਰਵਾਹ ਚੱਲ ਰਿਹਾ। ਬਹੁਤ ਹੀ ਸੁੰਦਰ ਉੱਚੇ ਪਹਾੜਾਂ ਦੀ ਰਮਣੀਕ ਅਸਥਾਨ ਹੈ ਇਹ, ਤੇ ਸਤਿਗੁਰੂ ਜੀ ਦੀ ਸਿੱਖ ਸੰਗਤ ਬੜੇ ਆਨੰਦ ਪ੍ਰਾਪਤ ਕਰਦੀ ਹੈ। ਏਦਾਂ ਸਮਾਂ ਚੱਲਦਾ ਗਿਆ, ਬਤੀਤ ਹੁੰਦਾ ਗਿਆ। ਕਹਿੰਦੇ ਹੁਣ ਸ਼੍ਰੀਨਗਰ ਦਾ ਜਿਹੜਾ ਰਾਜਾ ਫਤਿਹ ਸ਼ਾਹ, ਉਹਦੀ ਲੜਕੀ ਦਾ ਵਿਆਹ ਆਨੰਦ ਕਾਰਜ ਸ਼ਾਦੀ ਹੈ, ਉਹ ਨਜ਼ਦੀਕ ਆ ਚੁੱਕੀ ਹੈ। ਹੁਣ ਫਤਿਹ ਸ਼ਾਹ ਦੀ ਲੜਕੀ ਦਾ ਜਿਹੜਾ ਨਿਕਾਹ ਹੋਣਾ, ਵਿਆਹ ਆਨੰਦ ਕਾਰਜ ਹੋਣਾ, ਭੀਮ ਚੰਦ ਸੈਨ ਦੇ ਪੁੱਤਰ ਨੂੰ ਉਹ ਵਿਆਹ ਆਨੰਦ ਕਾਰਜ ਪੱਕਾ ਹੋਣਾ ਨਿਯੁਕਤ ਕੀਤਾ ਗਿਆ। ਸਮਾਂ ਨਜ਼ਦੀਕ ਆਇਆ, ਉਹ ਤਰੀਕ ਨਜ਼ਦੀਕ ਆਈ, ਸਾਲ, ਮਹੀਨੇ, ਹਫ਼ਤੇ, ਦਿਨ, ਉਹ ਸਮਾਂ ਕਰਦਿਆਂ ਕਰਦਿਆਂ ਬਤੀਤ ਹੁਣ ਸਮਾਂ ਨਜ਼ਦੀਕ ਆਇਆ ਵਿਆਹ ਦਾ। ਫਤਿਹ ਸ਼ਾਹ ਰਾਜੇ ਨੇ ਵਿਚਾਰ ਕੀਤੀ, ਗੁਰੂ ਸਤਿਗੁਰੂ ਜੀ ਦੇ ਨਾਲ ਬੜਾ ਥਾਹ ਪ੍ਰੇਮ ਬਣ ਚੁੱਕਿਆ। ਫਤਿਹ ਸ਼ਾਹ ਰਾਜਾ ਗੁਰੂ ਸਤਿਗੁਰ ਦਾ ਸਿੱਖ ਸ਼ਰਧਾਲੂ ਬਣ ਚੁੱਕਿਆ। ਉਹਨੇ ਵਿਚਾਰ ਕੀਤੀ, ਹੁਣ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ, ਗੁਰੂ ਸਤਿਗੁਰ ਨਾਲ ਪਿਆਰ ਹੈ। ਹੁਣ ਜੋ ਵੀ ਭਾਵੇਂ ਖੁਸ਼ੀ ਹੈ, ਭਾਵੇਂ ਗਮੀ ਹੈ, ਸਤਿਗੁਰ ਦੇ ਨਾਲ ਸਾਂਝੀ ਕਰਨਾ ਉਹ ਗੁਰੂ ਸਤਿਗੁਰ ਦੇ ਸੇਵਕ ਦਾ ਇੱਕ ਫਰਜ਼ ਹੈ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ। ਇਸ ਕਰਕੇ ਹੁਣ ਸਤਿਗੁਰੂ ਜੀ ਨੂੰ ਆਪਣੀ ਲੜਕੀ ਦੇ ਵਿਆਹ ਆਨੰਦ ਕਾਰਜ ਤੇ ਸ਼ਾਦੀ ਤੇ ਬੁਲਾਵਾ ਸਤਿਗੁਰੂ ਜੀ ਆਉਣ ਤੇ ਕਿੱਡੀ ਵਧੀਆ ਗੱਲ ਹੋਵੇ। ਉਸ ਵਕਤ ਫਤਿਹ ਸ਼ਾਹ ਰਾਜੇ ਨੇ
ਔ ਸ਼੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋਏ ਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਵੱਲੋਂ ਪ੍ਰੋਤ ਜਿਹੜੇ ਲਾਗੀ ਨੇ ਉਹਨਾਂ ਨੂੰ ਭੇਜਿਆ। ਵਿਆਹ ਦੀ ਵਰ੍ਹੇਗੰਢ ਜੋ ਵਿਆਹ ਦੀ ਗੰਢ ਦੇ ਕੇ ਉਸ ਵਕਤ ਉਸ ਗੰਢ ਦੇ ਵਿੱਚ ਪੱਤਰਕਾ ਚਿੱਠੀ ਲਿਖ ਕੇ ਦਿੱਤੀ ਹੈ ਉਹਨਾਂ ਪ੍ਰੋਤ ਲਾਗੀਆਂ ਨੂੰ। ਬਹੁਤ ਜ਼ਿਆਦਾ ਸਤਿਗੁਰ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਧਨ ਦੌਲਤ ਹੀਰੇ ਜਵਾਹਰਾਤ ਬੇਸ਼ੁਮਾਰ ਕੀਮਤੀ ਭੇਟਾਵਾਂ ਗੁਰੂ ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਭੇਜੀਆਂ ਨੇ। ਏਦਾਂ ਫਤਿਹ ਸ਼ਾਹ ਰਾਜੇ ਨੇ ਆਓ ਗੁਰੂ ਸਤਿਗੁਰ ਦਾ ਅਦਬ ਸਤਿਕਾਰ ਕਰਦੇ ਹੋਏ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਸਤਿਗੁਰੂ ਜੀ ਨੂੰ ਵਿਆਹ ਆਨੰਦ ਕਾਰਜ ਆਪਣੀ ਲੜਕੀ ਦੇ ਵਿਆਹ ਦੇ ਸੰਬੰਧ ਵਿੱਚ ਸੱਦਾ ਪੱਤਰ ਭੇਜਿਆ, ਕਾਰਡ ਭੇਜਿਆ ਵਿਆਹ ਦਾ। ਤੇ ਗੁਰੂ ਪਿਆਰਿਓ ਪ੍ਰੋਤ ਜਿਹੜੇ ਲਾਗੀ ਨੇ ਉਹਨਾਂ ਨੇ ਇਹ ਬੇਸ਼ੁਮਾਰ ਕੀਮਤੀ ਉਪਹਾਰ ਭੇਟਾਵਾਂ ਫਤਿਹ ਸ਼ਾਹ ਰਾਜੇ ਤੋਂ ਪ੍ਰਾਪਤ ਕਰਕੇ ਔ ਸ਼੍ਰੀ ਪੌਂਟਾ ਸਾਹਿਬ ਦੀ ਜਿਹੜੀ ਵੱਡੀ ਲੰਮੀ ਬਾਟ ਹੈ, ਰਸਤਾ ਪੈਂਦਾ ਹੈ, ਉਹਦੇ ਤੇ ਤੁਰ ਪਏ ਨੇ। ਚਲਦੇ ਚਲਦੇ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਤੇ ਜਦੋਂ ਪਹੁੰਚੇ ਉਹਨਾਂ ਨੇ ਬੇਨਤੀ ਕੀਤੀ, ਅਰਜ਼ ਕੀਤੀ ਕਿ ਸਤਿਗੁਰੂ ਜੀ ਦੇ ਸਨਮੁਖ ਰਾਜਾ ਫਤਿਹ ਸ਼ਾਹ ਨੇ ਆਪ ਵਸਤਾਂ ਭੇਜੀਆਂ, ਉਹਨਾਂ ਦੀ ਲੜਕੀ ਦਾ ਵਿਆਹ ਆਨੰਦ ਕਾਰਜ। ਗੁਰੂ ਸਤਿਗੁਰੂ ਜੀ ਨੂੰ ਸੱਦਾ ਪੱਤਰ ਭੇਜਿਆ। ਉਸ ਵਕਤ ਨੰਦ ਚੰਦ ਵਰਗੇ ਸਿੱਖਾਂ ਨੇ ਗੁਰੂ ਸਤਿਗੁਰੂ ਜੀ ਦੇ ਕੋਲ ਉਸ ਪ੍ਰੋਤ ਜਿਹੜੇ ਨੇ ਆਏ ਨੇ ਲਾਗੀ, ਉਹਨਾਂ ਨੇ ਲੈ ਕੇ ਉੱਥੇ ਸਤਿਗੁਰ ਦੇ ਪੇਸ਼ ਹੋਏ ਨੇ। ਭਰੀ ਸਭਾ ਸਜੀ ਹੈ, ਪੱਤਰਕਾ ਪੜ੍ਹੀ, ਚਿੱਠੀ ਪੜ੍ਹੀ ਹੈ, ਵਿੱਚ ਲਿਖਿਆ ਸਤਿਗੁਰੂ ਜੀ ਤੁਹਾਡੇ ਸਿੱਖ ਹੈ ਨਾ, ਜਿਹੜੇ ਤੁਹਾਡੇ ਸੇਵਕ ਹੈ, ਪ੍ਰੇਮੀ ਹੈ, ਸ਼ਰਧਾਵਾਨ ਹੈ, ਉਹਨਾਂ ਦਾ ਜੋ ਵੀ ਕਾਰਜ ਹੈ, ਭਾਵੇਂ ਖੁਸ਼ੀ ਦਾ ਭਾਵੇਂ ਗਮੀ ਦਾ, ਜਿੰਨਾ ਚਿਰ ਆਪ ਜੀ ਉਸ ਕਾਰਜ ਦੇ ਵਿੱਚ ਸ਼ਾਮਲ ਨਹੀਂ ਨਾ ਹੁੰਦੇ ਉਹਨਾਂ ਚਿਰ ਉਹ ਕਾਰਜ ਅਧੂਰੇ ਆ, ਪੂਰੇ ਨਹੀਂ। ਆਪ ਜੀ ਕਿਰਪਾ ਕਰੋ, ਆਪਣੇ ਸਿੱਖ ਦੇ ਪਿਆਰੇ ਦੇ ਸੰਗੀ ਸਾਥੀ ਬਣੋ, ਮਦਦ ਕਰੋ, ਹੈਲਪ ਕਰੋ। ਸਤਿਗੁਰੂ ਜੀ ਇਸ ਕਾਰਜਾਂ ਦੇ ਵਿੱਚ ਦੂਣੀ ਚੌਣੀ ਬਖਸ਼ਿਸ਼ ਰਹਿਮਤ ਪ੍ਰਦਾਨ ਕਰ ਦਿਓ। ਐ ਮੇਰੀ ਪੁੱਤਰੀ ਆਪ ਜੀ ਦੀ ਪੁੱਤਰੀ ਇੱਕ ਬਰਾਬਰ ਹੈ, ਤੇ ਮੇਰੀ ਪੁੱਤਰੀ ਦਾ ਵਿਆਹ ਆਨੰਦ ਕਾਰਜ ਹੈ ਰਾਜਾ ਭੀਮ ਚੰਦ ਸੈਨ ਦੇ ਪੁੱਤਰ ਦੇ ਨਾਲ। ਤੇ ਆਪ ਜੀ ਕਿਰਪਾ ਕਰੋ, ਇੱਧਰ ਆ ਕੇ ਚਰਨ ਪਾ ਕੇ ਮੇਰੇ ਭਾਗ ਵੱਡੇ ਕਰ ਦਿਓ, ਮੇਰੇ ਉੱਤਮ ਭਾਗ ਬਣਾ ਦਿਓ, ਕਿਉਂਕਿ ਜਿਸ ਕਾਰਜ ਵਿੱਚ ਤੁਸੀਂ ਬਖਸ਼ਿਸ਼ ਕਰਦੇ ਹੋ ਦੂਣਾ ਚੌਣਾ ਵਧੇਰੇ ਕਰਕੇ ਉਹ ਕਾਰਜ ਦੇ ਵਿੱਚ ਆਨੰਦ ਪ੍ਰਾਪਤ ਹੁੰਦੇ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜਿਹਦੇ ਵੱਲ ਤੁਸੀਂ ਹੋ ਜਾਂਦੇ ਉਹਦੇ ਵੱਲ ਵੱਖਰੇ ਆਨੰਦ ਪ੍ਰਾਪਤ ਹੋ ਜਾਂਦੇ ਨੇ। ਇਸ ਕਰਕੇ ਫਲਾਣੀ ਤਰੀਕ ਹੈ ਤੇ ਮੇਰੀ ਪੁੱਤਰੀ ਦੇ ਵਿਆਹ ਆਨੰਦ ਕਾਰਜ ਦੇ ਜ਼ਰੂਰ ਪਹੁੰਚਿਓ। ਤੇ ਸਤਿਗੁਰੂ ਜੀ ਨੇ ਇਹ ਪੱਤਰਕਾ ਚਿੱਠੀ ਸੁਣੀ ਹੈ। ਹੁਣ ਜਿਹੜੇ ਪ੍ਰੋਹਤ ਲਾਗੀ ਆਏ ਨੇ ਉਹਨਾਂ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਇਆ। ਪੂਰਨ ਤੌਰ ਤੇ ਜੋ ਉਹਨਾਂ ਦੀ ਵਿਚਾਰ ਬਣਦੀ ਉਹ ਸਾਰੀ ਉਸੇ ਮੁਤਾਬਕ ਅਦਾ ਕੀਤੀ। ਬੜਾ ਅਦਬ ਸਤਿਕਾਰ ਕੀਤਾ ਉਹਨਾਂ ਲਾਗੀਆਂ ਦਾ। ਬਾਅਦ ਵਿੱਚ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾ ਕੇ ਗੁਰੂ ਸਤਿਗੁਰੂ ਜੀ ਨੇ ਹੁਣ ਉਹ ਚਿੱਠੀ ਪੱਤਰਕਾ ਦਾ ਜਿਹੜਾ ਜਵਾਬ ਆਪਣੇ ਸਿੱਖਾਂ ਨੂੰ ਕਹਿ ਕੇ ਲਿਖਵਾਇਆ। ਸਤਿਗੁਰੂ ਜੀ ਨੇ ਵਿਚਾਰ ਕੀਤੀ, ਸੋਚਿਆ, ਕਹਿੰਦੇ ਹੁਣ ਜਿਹੜੇ ਪਹਾੜੀ ਰਾਜੇ ਨੇ ਰਾਜਾ ਫਤਿਹ ਸ਼ਾਹ ਦੇ ਨਾਲ ਉਹਨਾਂ ਦਾ ਵੀ ਪਿਆਰ ਹੈ, ਉਹ ਪਹਾੜੀ ਰਾਜੇ ਵੀ ਆਉਣਗੇ ਆ ਕੇ ਵਿਆਹ ਆਨੰਦ ਕਾਰਜ ਦੇ ਵਿੱਚ ਸਮੂਲੀਅਤ ਰੱਖਣਗੇ। ਤੇ ਜੇਕਰ ਅਸੀਂ ਗਏ ਉਧਰੋਂ ਪਹਾੜੀ ਰਾਜਿਆਂ ਦਾ ਇਹਦੇ ਨਾਲ ਪਿਆਰ ਹੈ, ਸਾਡਾ ਉਹਨਾਂ ਦੇ ਨਾਲ ਵਿਰੋਧ ਹੈ, ਉਹ ਸਾਡੇ ਨਾਲ ਵਿਰੋਧ ਕਰਦੇ, ਵਿਗਾੜ ਪਾਈ ਰੱਖੇ ਨੇ, ਬੈਰ ਪਾਈ ਰੱਖੀ ਫਿਰਦੇ ਨੇ। ਜੇਕਰ ਉਸ ਵਕਤ ਅਸੀਂ ਵਿਆਹ ਆਨੰਦ ਕਾਰਜ ਵਿੱਚ ਪਹੁੰਚੇ, ਸਾਡਾ ਆਮੋ ਸਾਹਮਣਾ ਹੋਵੇਗਾ ਫਤਿਹ ਚੰਦ ਵਰਗਿਆਂ ਦੇ ਨਾਲ। ਤੇ ਬਾਅਦ ਵਿੱਚ
ਉੱਥੇ ਵੱਡਾ ਬਖੇੜਾ ਸ਼ੁਰੂ ਹੋਵੇਗਾ। ਇਹ ਵਿਆਹ ਆਨੰਦ ਕਾਰਜ ਦਾ ਖੁਸ਼ੀ ਦਾ ਸਮਾਂ ਇੱਕ ਬਹੁਤ ਵੱਡੇ ਝਗੜੇ ਦੇ ਵਿੱਚ ਤਬਦੀਲ ਹੋ ਜਾਏਗਾ। ਇਸ ਕਰਕੇ ਸਾਡਾ ਜਾਣਾ ਬਣਦਾ ਨਹੀਂ। ਅਸੀਂ ਆਪਣੇ ਵੱਲੋਂ ਰਾਜਾ ਫਤਿਹ ਸ਼ਾਹ ਦਾ ਜਿਹੜਾ ਸੱਦਾ ਪੱਤਰ ਕਬੂਲ ਕਰਨੇ ਆ। ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਭਾਈ ਆਨੰਦ ਚੰਦ ਵਰਗੇ, ਭਾਈ ਸੰਗੋ ਸ਼ਾਹ ਵਰਗੇ ਹੋਰ ਗੁਰੂ ਦੇ ਪਿਆਰੇ ਸਿੱਖ ਸੇਵਕ ਹੈ, ਅਸੀਂ ਆਪਣੇ ਥਾਂ ਤੇ ਉਹਨਾਂ ਨੂੰ ਭੇਜ ਦੇਵਾਂਗੇ। ਉਸ ਵਕਤ ਚਿੱਠੀ ਪੱਤਰਕਾ ਦਾ ਜਵਾਬ ਲਿਖ ਕੇ ਰਾਜਾ ਫਤਿਹ ਸ਼ਾਹ ਦੇ ਜਿਹੜੇ ਪ੍ਰੋਤ ਲਾਗੀ ਆਏ ਨੇ ਉਹਨਾਂ ਦੇ ਹੱਥ ਵਾਪਸ ਭੇਜ ਦਿੱਤਾ। ਤੇ ਗੁਰੂ ਸਤਿਗੁਰੂ ਜੀ ਨੇ ਵਿਚਾਰ ਕੀਤੀ। ਹੁਣ ਜਿਵੇਂ ਆਮ ਕਹਿ ਦਿੰਦੇ ਨਾ ਕਿ ਫਲਾਣੇ ਮਨੁੱਖ ਦੇ, ਸਾਡੇ ਰਿਸ਼ਤੇਦਾਰ ਦੇ ਵਿਆਹ ਦੀ ਗੰਢ ਆਈ ਹੈ, ਭਾਵ ਸੱਦਾ ਪੱਤਰ ਆਇਆ, ਸਤਿਕਾਰ ਨਾਲ ਐਪੋਜਿਟ ਮਨੁੱਖ ਨੇ ਬੁਲਾਇਆ ਤੇ ਸ਼ਗਨ ਦੇ ਰੂਪ ਦੇ ਵਿੱਚ ਉਸ ਵਕਤ ਮਨੁੱਖ ਕੋਈ ਨਾ ਕੋਈ ਵਸਤ ਭੇਟ ਕਰਦਾ ਦਿੰਦਾ ਏ, ਕੋਈ ਮਾਇਆ ਦੇ ਦਿੰਦਾ, ਕੋਈ ਲੀੜਾ ਕੱਪੜਾ ਦੇ ਦਿੰਦਾ। ਤੇ ਹੁਣ ਸਤਿਗੁਰੂ ਜੀ ਨੇ ਸ਼ਗਨ ਦੇ ਰੂਪ ਦੇ ਵਿੱਚ ਉਹਨਾਂ ਲਾਗੀਆਂ ਨੂੰ, ਪੁਰੋਹਿਤ ਨੂੰ ਜਿਹੜੇ ਮਾਇਆ ਦਿੱਤੀ ਸਤਿਕਾਰ ਦੇ ਨਾਲ, ਉਹਨਾਂ ਨੂੰ ਉਹ ਵੱਖਰੀ ਗੱਲ। ਹੁਣ ਸਤਿਗੁਰੂ ਜੀ ਨੇ ਵਿਚਾਰ ਕੀਤੀ ਹੈ, ਇੱਕ ਇਹਨਾਂ ਦੀ ਵਿਚਾਰ ਕਰ ਲਈਏ। ਇਸ ਵਿਚਾਰ ਕਰ ਲਓ, ਸਮਝ ਲਓ ਕਿ ਜਿਵੇਂ ਆਮ ਦਾਜ ਦੇ ਰੂਪ ਦੇ ਵਿੱਚ ਦਿੰਨੇ ਆ, ਕੋਈ ਵਸਤਰ ਦੇਤੇ, ਕੋਈ ਭਾਂਡੇ ਦੇਤੇ, ਕੋਈ ਮਾਇਆ ਦੇ ਦਿੱਤੀ। ਸਤਿਗੁਰੂ ਜੀ ਨੇ ਵਿਚਾਰ ਕੀਤੀ, ਗੁਰੂ ਨਾਨਕ ਦੇ ਦਰਕਰ ਦਾ ਓਟ ਆਸਰਾ ਫਤਿਹ ਸ਼ਾਹ ਨੇ ਪ੍ਰਾਪਤ ਕੀਤਾ। ਉਹਦੀ ਲੜਕੀ ਦਾ ਵਿਆਹ ਆਨੰਦ ਕਾਰਜ ਬੜੇ ਸ਼ਰਧਾ ਨਾਲ, ਭਾਵਨਾ ਦੇ ਨਾਲ ਉਹਨੇ ਬੁਲਾਇਆ। ਉਹਨੇ ਇਹ ਵੀ ਬੇਨਤੀ ਕੀਤੀ, ਸਤਿਗੁਰੂ ਜੀ ਮੇਰੀ ਲੜਕੀ ਤੇ ਤੁਹਾਡੀ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਹੈ, ਮੇਰੀ ਲੜਕੀ ਹੋਈ ਤੁਹਾਡੀ ਹੋਈ ਇੱਕੋ ਹੀ ਗੱਲ ਹੈ, ਆਪ ਜੀ ਕਿਰਪਾ ਕਰੋ। ਹੁਣ ਉਸ ਵਕਤ ਸਤਿਗੁਰੂ ਜੀ ਨੇ ਉਹ ਸ਼ਗਨ ਦੇ ਰੂਪ ਦੇ ਵਿੱਚ ਬਹੁਤ ਬੇਸ਼ੁਮਾਰ ਮਹਿੰਗੀਆਂ ਤੋਂ ਮਹਿੰਗੀਆਂ ਵਸਤਾਂ ਅਦਾ ਕਰਨ ਦੀ ਵਿਚਾਰ ਕੀਤੀ। ਕਹਿੰਦੇ ਇਦਾਂ ਵਸਤਾਂ ਦੇਵਾਂਗੇ, ਭੇਟ ਕਰਾਂਗੇ। ਹੁਣ ਜਿਹੜੇ ਰਾਜੇ ਆਉਣਗੇ ਉਹ ਦੇਖ ਕੇ ਹੈਰਾਨ ਹੋਣਗੇ, ਗੁਰੂ ਨਾਨਕ ਦੇ ਦਰਕਰ ਤੋਂ ਹੀ ਵਸਤਾਂ ਪ੍ਰਾਪਤ ਹੋਈਆਂ। ਇਹ ਨਾ ਕਹਿਣ ਕਿ ਗੁਰੂ ਸਤਿਗੁਰ ਦੀ ਮਹਿਮਾ ਬਹੁਤ ਸੁਣੀ ਗੁਰੂ ਨਾਨਕ ਦੇ ਦਰਕਰ ਦੀ। ਜੇ ਰਾਜੇ ਫਤਿਹ ਸ਼ਾਹ ਨੇ ਪਿਆਰ, ਪ੍ਰੇਮ, ਭਾਵਨਾ, ਸ਼ਰਧਾ ਰੱਖੀ ਸਤਿਗੁਰ ਤੇ ਸਤਿਗੁਰੂ ਜੀ ਨੇ ਕਦਾਚਿਤ ਵੀ ਰਾਜਾ ਫਤਿਹ ਸ਼ਾਹ ਦੀ ਬਾਂਹ ਨਹੀਂ ਪਕੜੀ, ਜਾਂ ਇਹਦਾ ਅਦਬ ਸਤਿਕਾਰ ਨਹੀਂ ਕੀਤਾ, ਪ੍ਰੇਮ ਪਿਆਰ ਪ੍ਰਾਪਤ ਨਹੀਂ ਕੀਤਾ, ਇਹ ਨਾ ਗੱਲ ਹੋਵੇ। ਉਸ ਵਕਤ ਸਤਿਗੁਰੂ ਜੀ ਕਹਿੰਦੇ ਨੇ ਬਹੁਤ ਬੇਸ਼ੁਮਾਰ ਕੀਮਤੀ ਭੇਟਾਵਾਂ ਦੇਵਾਂਗੇ ਭਾਈ। ਗੁਰੂ ਨਾਨਕ ਦੇ ਦਰਕਾਰ ਵਿੱਚੋਂ ਸੰਗਤ ਵੱਲੋਂ ਇਦਾਂ ਦੀਆਂ ਭੇਟਾਂ ਦੇਵਾਂਗੇ ਕਿ ਦੇਖਣ ਵਾਲਾ ਵੀ ਹੈਰਾਨ ਰਹਿ ਜੇ। ਉਸ ਵੇਲੇ ਸਤਿਗੁਰੂ ਜੀ ਨੇ ਹੁਕਮ ਕੀਤਾ ਸਿੱਖਾਂ ਨੂੰ, ਸਿੱਖੋ ਬਹੁਤ ਵਧੀਆ ਕਹਿੰਦੇ ਬੇਸ਼ੁਮਾਰ ਕੀਮਤੀ ਭੇਟਾਵਾਂ ਇਕੱਤਰ ਕਰੋ, ਵਧੀਆ ਸੋਨੇ, ਚਾਂਦੀ, ਹੀਰੇ, ਜਵਾਹਰਾਤ ਇਦਾਂ ਦੀਆਂ ਭੇਟਾਵਾਂ ਪ੍ਰਾਪਤ ਕਰੋ। ਉਸ ਵਕਤ ਗੁਰੂ ਪਿਆਰਿਓ 1.25 ਲੱਖ ਦੀਆਂ ਵਸਤਾਂ ਇਦਾਂ ਦੀਆਂ ਪ੍ਰਾਪਤ ਕੀਤੀਆਂ ਕਿ ਰਾਜਾ ਫਤਿਹ ਸ਼ਾਹ ਉਹਨਾਂ ਵਸਤਾਂ ਨੂੰ ਪ੍ਰਾਪਤ ਕਰਕੇ ਆਨੰਦ ਮਾਣੇ ਤੇ ਲੋਕਾਂ ਦੇ ਵਿੱਚ ਉਹਦੀ ਸੋਭਾ ਹੋਵੇ, ਗੁਰੂ ਨਾਨਕ ਦੇ ਦਰਕਾਰ ਦੀ ਉਸਤਤ ਹੋਵੇ। ਇਦਾਂ ਦੀਆਂ ਵਸਤਾਂ ਪ੍ਰਾਪਤ ਕੀਤੀਆਂ। ਸੋਨੇ ਚਾਂਦੀ ਦੇ ਭਾਂਡੇ ਪ੍ਰਾਪਤ ਕੀਤੇ ਨੇ, ਬੇਸ਼ੁਮਾਰ ਪਸ਼ਮੀਨੇ ਦੇ ਕੱਪੜੇ, ਜਰੀਦਾਰ ਕੱਪੜੇ ਪ੍ਰਾਪਤ ਕੀਤੇ ਨੇ, ਰੇਸ਼ਮੀ ਕੱਪੜੇ ਪ੍ਰਾਪਤ ਕੀਤੇ ਨੇ, ਬਹੁਤ ਵਧੀਆ ਸੁੰਦਰ ਵਸਤਰ ਪ੍ਰਾਪਤ ਕੀਤੇ ਅਰਪਣ ਕਰਨ ਵਾਸਤੇ। ਤੇ ਬੇਅੰਤ ਮਾਇਆ, ਧਨ ਦੌਲਤ, ਨਗਦੀ ਦੇਣ ਦਾ ਵਿਚਾਰ ਕੀਤਾ। ਇਦਾਂ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ। ਉਸ ਵਕਤ ਰਾਜਾ ਫਤਿਹ ਸ਼ਾਹ ਦੀ ਪੁੱਤਰੀ ਦਾ ਇਹ ਜਿਹੜਾ ਵਿਆਹ ਆਨੰਦ ਕਾਰਜ ਉਹਦੇ ਸੰਬੰਧ ਦੇ ਵਿੱਚ ਸਤਿਗੁਰੂ ਜੀ ਨੇ ਇਦਾਂ ਕਰਕੇ ਬਖਸ਼ਿਸ਼ ਰਹਿਮਤ ਵਰਤਾਈ ਹੈ। ਉਸ ਵਕਤ ਸਤਿਗੁਰੂ ਜੀ ਨੇ ਹੁਕਮ ਕੀਤਾ ਸਿੱਖਾਂ ਨੂੰ, ਆਨੰਦ ਚੰਦ ਵਰਗਿਆਂ ਨੂੰ, ਉਹ ਭਾਈ ਸਿੱਖੋ ਤੁਸੀਂ ਤਿਆਰੀ ਕਰੋ, ਭਾਈ ਤੁਸੀਂ ਚੱਲੋ, ਚੱਲ ਕੇ ਸਾਡੇ ਥਾਂ ਤੇ ਉੱਥੇ ਹਾਜ਼ਰੀ ਭਰ ਕੇ ਆਓ, ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ। ਉਸ ਵੇਲੇ ਫਤਿਹ ਸ਼ਾਹ ਦੀ ਪੁੱਤਰੀ ਦੇ ਵਿਆਹ ਆਨੰਦ ਕਾਰਜ ਦੇ ਵਿੱਚ ਜਾਣ ਵਾਸਤੇ ਭਾਈ ਆਨੰਦ ਚੰਦ ਵਰਗੇ
ਸੰਗੋ ਸ਼ਾਹ ਵਰਗੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਭੀਮ ਚੰਦ ਸੈਨ ਉਸ ਵੇਲੇ ਆਵੇਗਾ ਆਪਣੇ ਪੁੱਤਰ ਦੀ ਬਰਾਤ ਲੈ ਕੇ। ਹੋਰ ਜਿਹੜੇ ਪਹਾੜੀ ਰਾਜੇ ਨੇ 22 ਤਰ ਰਾਜੇ ਪਹਾੜੀ, ਉਹਨਾਂ ਦੇ ਨਾਲ ਬੇਅੰਤ ਇਦਾਂ ਦੀ ਵਿਚਾਰ ਹੈ ਕਿ ਉਹ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਵੈਰ ਵਿਰੋਧ ਰੱਖਦੇ ਨੇ। ਬੇਅੰਤ ਇਦਾਂ ਦੀਆਂ ਗੱਲਾਂ, ਇਦਾਂ ਦਾ ਉਹ ਕਾਰਜ ਵਿਗੜਿਆ ਸਮਝਦੇ ਨੇ। ਤੇ ਜੇ ਅਸੀਂ ਗਈਏ ਸਤਿਗੁਰੂ ਜੀ ਸਾਡੇ ਦੇ ਨਾਲ ਉਹ ਕਿਸੇ ਪ੍ਰਕਾਰ ਕੋਈ ਉਦਾਂ ਦਾ ਵਿਗਾੜ ਨਾ ਪਾਉਣਾ, ਸਾਡੇ ਨਾਲ ਉਦਾਂ ਦੀ ਵਿਚਾਰ ਨਾ ਕਰਨ, ਦੁੱਖ ਨਾ ਮਿਲੇ, ਕੋਈ ਕਿਸੇ ਪ੍ਰਕਾਰ ਬੰਧਨਾ ਨਾ ਬਣ ਜੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਸ ਕੇ ਮੁਸਕਰਾ ਕੇ ਕਿਹਾ, ਉਹ ਭਾਈ ਸਿੱਖੋ, ਜਿਵੇਂ ਤੁਹਾਨੂੰ ਭੇਜਾਂਗੇ ਉਵੇਂ ਵਾਪਸ ਵੀ ਮੋੜਾਂਗੇ। ਵਿਸ਼ਵਾਸ ਰੱਖ ਕੇ, ਯਕੀਨ ਰੱਖ ਕੇ ਚਲੇ ਜਾਓ। ਕਿਸੇ ਪ੍ਰਕਾਰ ਕੋਈ ਮਨ ਦੇ ਵਿੱਚ ਸ਼ੰਕਾ ਨਾ ਧਾਰਨ ਕਰਿਓ। ਹੁਣ ਜਿਹਦਾ ਓਟ ਆਸਰਾ ਸਤਿਗੁਰ ਤੇ ਹੈ, ਵਿਸ਼ਵਾਸ ਜਿਹਦਾ ਸਤਿਗੁਰ ਤੇ ਆ, ਉਸ ਮਨੁੱਖ ਨੂੰ ਕਦਾਚਿਤ ਵੀ ਕੋਈ ਹਾਨੀ ਨਹੀਂ ਪਹੁੰਚਦੀ, ਦੁੱਖ ਪ੍ਰਾਪਤ ਨਹੀਂ ਹੁੰਦਾ। ਜਿਨੇ ਸਤਿਗੁਰ ਦਾ ਓਟ ਆਸਰਾ ਤੱਕ ਲਿਆ, ਗੁਰੂ ਨਾਨਕ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਲਈ। ਜਿਹਨੇ ਸਭ ਕੁਝ ਹੀ ਸਤਿਗੁਰੂ ਜੀ ਨੂੰ ਸਮਝ ਲਿਆ, ਲੋ ਸਤਿਗੁਰੂ ਜੀ ਭਾਵੇਂ ਦੁੱਖ ਹੈ, ਭਾਵੇਂ ਸੁੱਖ ਹੈ, ਭਾਵੇਂ ਦਿਨ ਹੈ, ਭਾਵੇਂ ਰਾਤ ਹੈ, ਕਿਸੇ ਪ੍ਰਕਾਰ ਦਾ ਕੋਈ ਵੀ ਸਮਾਂ ਸਤਿਗੁਰੂ ਜੀ ਤੁਸੀਂ ਅੰਗ ਸੰਗ ਹੋ ਕੇ ਵਰਤਿਓ। ਤੇ ਜਿਹੜੇ ਮਨੁੱਖ ਦੀ ਇਦਾਂ ਦੀ ਭਾਵਨਾ, ਉਹ ਅਰਦਾਸ ਬੇਨਤੀ ਕਰਕੇ ਸਤਿਗੁਰ ਦੇ ਸਭ ਕੁਝ ਛੱਡੀ ਬੈਠਾ, ਸਤਿਗੁਰ ਦੇ ਦੁੱਖ ਤੇ ਸੁੱਖ ਦੇ ਵਿੱਚ ਵਿਚਾਰਾਂ ਬਣਾਈ ਬੈਠਾ, ਉਸ ਮਨੁੱਖ ਨੂੰ ਕਦਾਚਿਤ ਵੀ ਸਤਿਗੁਰੂ ਦੀ ਹਾਨੀ ਨਹੀਂ ਪਹੁੰਚਣ ਦਿੰਦੇ, ਕੋਈ ਦੁੱਖ ਪ੍ਰਾਪਤ ਨਹੀਂ ਹੋਣ ਦਿੰਦੇ। ਭਾਵੇਂ ਆ ਦੁੱਖ ਸਾਡੇ ਕਰਮਾਂ ਦੇ ਨੇ, ਜਿਹੜੇ ਸਾਡੇ ਕਰਮ ਕੀਤੇ ਉਹਨਾਂ ਦੇ ਆਧਾਰ ਤੇ ਸਾਡੇ ਮਸਤਕ ਵਿੱਚ ਲੇਖ ਲਿਖੇ, ਉਹਨਾਂ ਦੇ ਆਧਾਰ ਤੇ ਇਹ ਦੁੱਖ ਭੋਗਣੇ ਪੈਂਦੇ ਆ। ਪਰ ਸਤਿਗੁਰੂ ਜੀ ਉਸ ਦੁੱਖਾਂ ਦੇ ਵਿੱਚੋਂ ਨਿਜਾਤ ਪ੍ਰਦਾਨ ਕਰਦੇ ਆ, ਫੇਰ ਵੀ ਕਿਰਪਾ ਕਰ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਹੁਣ ਇਸੇ ਆਧਾਰ ਤੇ ਸਤਿਗੁਰੂ ਜੀ ਨੇ ਵਿਚਾਰ ਕੀਤੀ, ਉਹ ਸਿੱਖੋ ਘਬਰਾਇਓ ਨਾ ਬਈ, ਸਤਿਗੁਰ ਤੇ ਯਕੀਨ ਵਿਸ਼ਵਾਸ ਭਰੋਸਾ ਰੱਖ ਕੇ, ਸ਼ਰਧਾ ਰੱਖ ਕੇ ਚਲੇ ਜਾਇਓ। ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰੇਗਾ, ਤੁਹਾਡੀ ਹਵਾ ਵੱਲ ਨਹੀਂ ਕੋਈ ਝਾਕੇਗਾ, ਇਦਾਂ ਦੀ ਪ੍ਰਾਪਤੀ ਹੋਵੇਗੀ। ਹੁਣ ਰਾਜਾ ਫਤਿਹ ਸ਼ਾਹ ਵਰਗੇ, ਫਤਿਹ ਚੰਦ ਜਿਹੜੇ ਨੇ, ਇਹ ਭੀਮ ਚੰਦ ਵਰਗੇ ਰਾਜੇ ਨੇ, ਇਹ ਤੁਹਾਡੇ ਹਵਾ ਵੱਲ ਨਹੀਂ ਦੇਖ ਸਕਦੇ, ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। ਜਿਵੇਂ ਭੇਜਾਂਗੇ ਉਵੇਂ ਵਾਪਸ ਵੀ ਲੈ ਕੇ ਆਵਾਂਗੇ, ਤੁਹਾਡੇ ਤੇ ਕਿਰਪਾ ਬਣੇਗੀ, ਕੋਈ ਦੁੱਖ ਨਹੀਂ ਮਿਲੇਗਾ, ਕੋਈ ਤਕਲੀਫ ਨਹੀਂ, ਕੋਈ ਵਿਘਨ ਨਹੀਂ ਪ੍ਰਾਪਤ ਹੋਵੇਗਾ। ਹੁਣ ਜਦੋਂ ਇਦਾਂ ਗੁਰੂ ਸਤਿਗੁਰ ਨੇ ਬਚਨ ਕਹਿ ਦਿੱਤੇ, ਆਨੰਦ ਚੰਦ ਵਰਗੇ ਸਿੱਖਾਂ ਨੂੰ ਸਤਿਗੁਰੂ ਜੀ ਦੇ ਵਿਸ਼ਵਾਸ ਹੈ, ਯਕੀਨ ਹੈ, ਭਰੋਸਾ ਹੈ, ਸ਼ਰਧਾ ਹੈ। ਉਹਨਾਂ ਨੇ ਆਪਣੇ ਮਨ ਦੀ ਚਿੰਤਾ ਦੂਰ ਕਰ ਦਿੱਤੀ ਹੈ, ਚਿੰਤਾ ਮਨ ਦੇ ਵਿੱਚੋਂ ਖਤਮ ਕਰ ਦਿੱਤੀ ਹੈ। ਡਰ ਸੀ, ਚਿੰਤਾ ਸੀ ਕਿ ਉੱਥੇ ਗਿਆਨ ਦਾ ਸਾਡੇ ਨਾਲ ਕੋਈ ਵਿਗਾੜ ਨਾ ਪਵੇ, ਕੋਈ ਕਿਸੇ ਪ੍ਰਕਾਰ ਇਦਾਂ ਦੀ ਵਿਚਾਰ ਨਾ ਬਣੇ। ਹੁਣ ਜਦੋਂ ਸਤਿਗੁਰੂ ਜੀ ਨੇ ਵਚਨ ਕਹਿ ਦਿੱਤੇ, ਸਾਰੀ ਚਿੰਤਾ ਖਤਮ ਹੋ ਗਈ, ਸਾਰਾ ਦੁੱਖ ਤਕਲੀਫ ਜਿਹੜਾ ਵਿਆਪਦਾ ਸੀ ਉਸ ਤਨ ਦੇ ਉੱਤੋਂ ਲੱਥ ਗਿਆ, ਲਹਿ ਗਿਆ, ਸਤਿਗੁਰੂ ਦੀ ਕਿਰਪਾ ਬਣ ਗਈ। ਹੁਣ ਇਦਾਂ ਜਦੋਂ ਵਿਸ਼ਵਾਸ ਬਣ ਜਾਂਦਾ ਨਾ, ਸਤਿਗੁਰੂ ਜੀ ਕਿਰਪਾ ਕਰਦੇ ਆ, ਅੰਗ ਸੰਗ ਵਰਤਦੇ ਆ, ਫੇਰ ਤੇ ਕਹਿੰਦੇ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਦੇ ਨਾਲ ਇਹ ਮਨੁੱਖ ਟਾਕਰਾ ਕਰਨ ਵਾਸਤੇ, ਉਹਨਾਂ ਦੇ ਨਾਲ ਲੜਨ ਵਾਸਤੇ, ਸਾਹਮਣਾ ਕਰਨ ਵਾਸਤੇ ਤਿਆਰ ਹੋ ਜਾਂਦਾ। ਜਿਵੇਂ ਸਤਿਗੁਰ ਦੀ ਕਿਰਪਾ ਵਰਤੀ ਸੀ ਨਾ ਲੋਹਗੜ੍ਹ ਦੇ ਕਿਲੇ ਦੇ, ਇਹਨਾਂ ਪਹਾੜੀ ਰਾਜਿਆਂ ਨੇ ਬੇਅੰਤ ਇਦਾਂ ਦੀ ਵਿਚਾਰ ਬਣਾਈ ਸੀ ਕਿ ਲੋਹਗੜ੍ਹ ਦੇ ਕਿਲੇ ਨੂੰ ਜਿੱਤਾਂਗੇ, ਪ੍ਰਾਪਤੀ ਕਰਾਂਗੇ। ਉਸ ਵਕਤ ਗੁਰੂ ਪਿਆਰਿਓ, ਉਹਨਾਂ ਪਹਾੜੀ ਰਾਜਿਆਂ ਨੇ ਵਿਚਾਰ ਕੀਤੀ ਸੀ ਕਿ ਲੋਹਗੜ੍ਹ ਦਾ ਕਿਲਾ ਦਾ ਦਰਵਾਜ਼ਾ ਜਿਹੜਾ ਸਤਿਗੁਰੂ ਜੀ ਖੋਲ੍ਹਦੇ ਨਹੀਂ। ਇਹ ਬੜੇ ਯਤਨ ਕੀਤੇ। ਉਸ ਵਕਤ ਉਹਨਾਂ ਨੇ ਇੱਕ ਬਿਉਂਤ ਬਣਾਈ, ਬਹੁਤ ਵੱਡਾ ਮਸਤ ਹਾਥੀ, ਉਹਨੂੰ ਸ਼ਰਾਬ ਦੇ ਮੱਡ ਪਿਆ ਕੇ ਉਹਦੇ ਸੁੰਡ ਦੇ ਨਾਲ, ਉਹਦੇ ਸਰੀਰ ਦੇ ਨਾਲ ਬੇਅੰਤ ਲੋਹਾ ਬੰਨ੍ਹ ਕੇ, ਢਾਲਾਂ ਬੰਨ੍ਹ ਕੇ, ਕਿਰਪਾਨਾਂ ਬੰਨ੍ਹ ਕੇ ਭੇਜ ਦੇਵਾਂਗੇ।
ਉਹ ਹਾਥੀ ਉਸ ਕਿਲੇ ਦੇ ਦਰਵਾਜ਼ੇ ਦੇ ਵਿੱਚ ਟੱਕਰਾ ਮਾਰ ਕੇ ਦਰਵਾਜ਼ੇ ਨੂੰ ਤੋੜ ਦੇਵੇਗਾ ਤੇ ਅਸੀਂ ਸਤਿਗੁਰ ਦੇ ਐ ਟੁੱਟ ਕੇ ਪੈ ਕੇ ਸਤਿਗੁਰੂ ਜੀ ਨੂੰ ਪਕੜ ਲਵਾਂਗੇ। ਇਹ ਲੋਹਗੜ੍ਹ ਦੇ ਕਿਲੇ ਦੀ ਵਿਚਾਰ ਹੈ ਇਸ ਆਧਾਰ ਤੇ ਕਿ ਜਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਫਿਰ ਤੇ ਇੰਨਾ ਵਿਸ਼ਵਾਸ ਬਣ ਜਾਂਦਾ, ਪਹਾੜ ਦੇ ਨਾਲ ਮੱਥਾ ਲਾਉਣ ਨੂੰ ਮਨੁੱਖ ਤਿਆਰ ਹੋ ਜਾਂਦਾ। ਫਿਰ ਉਸ ਵੇਲੇ ਗੱਲ ਚਲਦੀ ਚਲਦੀ ਗੁਰੂ ਸਤਿਗੁਰੂ ਜੀ ਤੱਕ ਸੂਹ ਪਹੁੰਚੀ ਹੈ, ਵਿਚਾਰ ਪਹੁੰਚੀ, ਗੱਲ ਪਤਾ ਲੱਗੀ, ਇਨਫੋਰਮੇਸ਼ਨ ਪਹੁੰਚੀ ਹੈ ਤੇ ਗੁਰੂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਸ ਵੇਲੇ ਹੁਕਮ ਕੀਤਾ ਸਿੱਖਾਂ ਦੇ ਵਿੱਚ, ਸਿੱਖੋ ਪਹਾੜੀ ਰਾਜਿਆਂ ਨੇ ਮਾੜੀ ਨੀਅਤ ਪ੍ਰਗਟ ਕੀਤੀ ਹੈ, ਹੁਣ ਉਧਰੋਂ ਉਹ ਹਾਥੀ ਭੇਜਦੇ ਨੇ, ਇਧਰੋਂ ਅਸੀਂ ਆਪਣਾ ਹਾਥੀ ਭੇਜਾਂਗੇ। ਕੌਣ? ਸਾਡਾ ਹਾਥੀ ਹੈ ਦੁਨੀ ਚੰਦ। ਉਹ ਦੁਨੀ ਚੰਦ ਦਾ ਏਡਾ ਵੱਡਾ ਸਰੀਰ ਹੈ, ਕਹਿੰਦੇ ਇਹ ਕਹਿ ਲੋ ਕਿ 3-4 ਮਨੁੱਖਾਂ ਨੂੰ ਮਿਲਾ ਕੇ ਇੱਕ ਸਰੀਰ ਬਣਦਾ ਉਹ ਉਸ ਦੁਨੀ ਚੰਦ ਦਾ। ਉਹ ਦੁਨੀ ਚੰਦ ਹੈ ਸਾਡਾ ਇਹ ਜਿਹੜਾ ਹਾਥੀ, ਬਹੁਤ ਵੱਡਾ ਉਹਦਾ ਸਰੀਰ ਹੈ, ਮੋਟਾ ਭਾਰਾ ਹੈ, ਕਾਫੀ ਲੰਗਰਾਂ ਦੇ ਵਿੱਚੋਂ ਛਕ ਛਕਾ ਕੇ ਸਰੀਰ ਨੂੰ ਪਾਲਿਆ ਹੋਇਆ ਉਹਨੇ, ਕਿਸੇ ਪ੍ਰਕਾਰ ਕੋਈ ਕੰਮ ਦਾ ਕਾਜ ਦਾ ਨਹੀਂ। ਉਸ ਵਕਤ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਸੁਭਾਵਕ ਕਹਿ ਦਿੱਤਾ, ਕੋਈ ਗੱਲ ਨਹੀਂ, ਜੇਕਰ ਪਹਾੜੀ ਰਾਜੇ ਹਾਥੀ ਭੇਜਦੇ, ਸਾਡਾ ਹਾਥੀ ਦੁਨੀ ਚੰਦ ਹੈ। ਉਸ ਵੇਲੇ ਸਤਿਗੁਰੂ ਜੀ ਨੇ ਹੁਕਮ ਕੀਤਾ ਤੇ ਉਸ ਮਾੜੀ ਮੱਤ ਵਾਲੇ ਨੇ ਗੁਰੂ ਸਤਿਗੁਰ ਦੀ ਬਖਸ਼ਿਸ਼ ਨੂੰ ਜਾਣਿਆ ਨਹੀਂ, ਅੱਧੀ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਭੱਜ ਗਿਆ, ਦੁੱਖ ਪ੍ਰਾਪਤ ਕੀਤਾ। ਦਿਨ ਚੜਿਆ, ਪਤਾ ਲੱਗਿਆ ਜੀ ਉਹਦੇ ਭੱਜ ਗਿਆ। ਫਿਰ ਸਤਿਗੁਰੂ ਨੇ ਹੁਕਮ ਕੀਤਾ, ਕਹਿੰਦੇ ਕੋਈ ਇਹੋ ਜਿਹਾ ਸਿੱਖ ਉਠੋ, ਵਿਸ਼ਵਾਸ ਰੱਖ ਕੇ, ਸ਼ਰਧਾ ਭਾਵਨਾ ਰੱਖ ਕੇ ਉਠੋ ਤੇ ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ। ਉਸ ਵਕਤ ਭਾਈ ਬਚਿੱਤਰ ਸਿਉ, ਉਹ ਮਾੜਾ ਜਿਹਾ ਸਰੀਰ ਹੈ, ਹਲਕਾ ਜਿਹਾ, ਪਤਲਾ ਜਿਹਾ, ਦੁਬਲਾ ਜਿਹਾ ਸਰੀਰ ਹੈ, ਉੱਠ ਕੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਜੇਕਰ ਤੁਸੀਂ ਕਿਰਪਾ ਕਰਦੇ ਹੋ ਤੇ ਪਹਾੜ ਦੇ ਨਾਲ ਵੀ ਮੱਥਾ ਲਾਉਣ ਨੂੰ ਤਿਆਰ ਹੋ ਜਾਵਾਂਗੇ। ਇਹ ਛੋਟਾ ਜਿਹਾ ਹਾਥੀ ਹੈ ਤੇ ਇਹਦੀ ਗੱਲ ਕੀ ਹੈ, ਇਹ ਤੇ ਸਾਡੇ ਅੱਗੇ ਕੁਝ ਵੀ ਨਹੀਂ ਜੇ ਤੁਸੀਂ ਕਿਰਪਾ ਕਰਦੇ ਹੋ। ਤੇ ਜੇ ਤੁਹਾਡੀ ਕਿਰਪਾ ਨਹੀਂ, ਫਿਰ ਕਹਿੰਦੇ ਮਨੁੱਖ ਕਿਸੇ ਪ੍ਰਕਾਰ ਕੋਈ ਕਿਸੇ ਕਾਰਜ ਦੇ ਲਾਇਕ ਨਹੀਂ ਹੈ, ਕਿਸੇ ਕੰਮ ਦਾ ਨਹੀਂ। ਤੇ ਜੇ ਤੁਹਾਡੀ ਕਿਰਪਾ ਹੋ ਜੇ ਫਿਰ ਤੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ। ਉਸ ਵੇਲੇ ਸਤਿਗੁਰੂ ਜੀ ਨੇ ਏਦਾਂ ਕਰਕੇ ਹੁਕਮ ਕੀਤਾ, ਕਹਿੰਦੇ ਭਾਈ ਬਚਿੱਤਰ ਸਿਆ ਬਸ ਹਾਥੀ ਦੇ ਨਾਲ ਸਾਹਮਣੇ ਟਾਕਰਾ ਲੈਣ ਵਾਸਤੇ ਤਿਆਰ ਹੋ ਜੀ, ਤੇਰੇ ਤੇ ਕਿਰਪਾ ਰਹਿਮਤ ਵਰਤੇਗੀ। ਉਸ ਵੇਲੇ ਗੁਰੂ ਪਿਆਰਿਓ ਸਤਿਗੁਰੂ ਜੀ ਤੋਂ ਥਾਪੜਾ ਪ੍ਰਾਪਤ ਕੀਤਾ, ਇੱਕ ਨਾਗਣੀ ਪ੍ਰਾਪਤ ਕੀਤੀ ਹੈ, ਇੱਕ ਬਹੁਤ ਵਧੀਆ ਸੁੰਦਰ ਚੰਚਲ ਘੋੜਾ ਪ੍ਰਾਪਤ ਕੀਤਾ ਤੇ ਸਤਿਗੁਰ ਦੇ ਹੁਕਮ ਨੂੰ ਪ੍ਰਾਪਤ ਕਰਕੇ ਭਾਈ ਬਚਿੱਤਰ ਸਿਉ ਕਿਲੇ ਦੇ ਦਰਵਾਜ਼ੇ ਚੋਂ ਬਾਹਰ ਨਿਕਲਿਆ। ਉਧਰੋਂ ਹਾਥੀ ਪਹਾੜੀ ਰਾਜਿਆਂ ਵੱਲੋਂ ਸ਼ਰਾਬ ਦੇ ਮੱਟ ਪਿਆ ਕੇ ਭੇਜਿਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਥਾਪੜਾ ਦਿੱਤਾ ਹੋਇਆ ਭਾਈ ਬਚਿੱਤਰ ਸਿੰਘ ਸਿੱਖ ਜਦੋਂ ਗਿਆ, ਹਾਥੀ ਨਾਲ ਸਾਹਮਣਾ ਹੋਇਆ, ਉਹਨੇ ਘੋੜੇ ਦੇ ਮੂਹਰਲੇ ਪੌੜ ਉੱਪਰ ਝੁਕ ਕੇ ਹਾਥੀ ਦੇ ਮੱਥੇ ਦੇ ਵਿੱਚ ਉਹ ਨਾਗਣੀ ਮਾਰੀ। ਮੱਥੇ ਦੇ ਉੱਤੇ ਢਾਲ ਬੰਨੀ ਸੀ ਲੋਹੇ ਦੀ, ਉਹ ਢਾਲ ਨੂੰ ਚੀਰਦੀ ਹੋਈ ਜਾ ਕੇ ਮੱਥੇ ਵਿੱਚ ਅੱਧੀ ਨਾਗਣੀ ਧਸ ਗਈ ਤੇ ਹਾਥੀ ਨੂੰ ਬਹੁਤ ਜ਼ਿਆਦਾ ਦਰਦ ਪ੍ਰਾਪਤ ਹੋਇਆ, ਤਕਲੀਫ ਪ੍ਰਾਪਤ ਹੋਈ। ਉਸ ਵੇਲੇ ਹਾਥੀ ਚੰਗਿਆੜਾ ਮਾਰਦਾ ਪਿੱਛੇ ਨੂੰ ਤੁਰ ਗਿਆ, ਪਹਾੜੀ ਰਾਜਿਆਂ ਦੀ ਫੌਜ ਨੂੰ ਲਤਾੜਦਾ ਹੋਇਆ ਬੇਅੰਤ ਨੁਕਸਾਨ ਕਰਦਾ ਵਾਪਸ ਚਲਾ ਗਿਆ। ਤੇ ਇਧਰ ਸਤਿਗੁਰ ਦਾ ਸਿੱਖ ਭਾਈ ਬਚਿੱਤਰ ਉਸ ਵੇਲੇ ਉਹ ਕਾਰਜ ਨੂੰ ਫਤਿਹ ਕਰਕੇ ਸਤਿਗੁਰ ਦੀ ਕਿਰਪਾ ਦੇ ਨਾਲ ਉਹਨੇ ਬੜਾ ਆਨੰਦ ਪ੍ਰਾਪਤ ਕੀਤਾ, ਬੜੀ ਖੁਸ਼ੀ ਪ੍ਰਾਪਤ ਕੀਤੀ। ਸਤਿਗੁਰੂ ਜੀ ਤੇ ਹੋਰ ਯਕੀਨ, ਵਿਸ਼ਵਾਸ, ਸ਼ਰਧਾ ਬਣ ਗਿਆ। ਭਾਵ ਕਹਿਣ ਦਾ ਇਦਾਂ, ਜੇਕਰ ਭਾਵਨਾ ਰੱਖ ਲਈਏ, ਇਦਾਂ ਦੇ ਕਾਰਜ ਬੇਅੰਤ ਹੈ ਜਿਹੜੇ ਸਤਿਗੁਰ ਦੀ ਕਿਰਪਾ ਦੇ ਨਾਲ ਸਫਲੇ ਹੋ ਜਾਇਆ ਕਰਦੇ ਨੇ। ਤੇ ਜੇ ਭਾਵਨਾ ਨਹੀਂ, ਸ਼ਰਧਾ ਨਹੀਂ, ਪਿਆਰ ਨਹੀਂ ਗੁਰੂ ਦੇ ਪ੍ਰਤੀ, ਫੇਰ ਭਾਵੇਂ ਜਿੱਦਾਂ ਮਰਜ਼ੀ ਯਤਨ ਕਰ ਲਈਏ, ਜਿੱਦਾਂ ਦੀ ਮਰਜ਼ੀ ਵਿਚਾਰ ਕਰ ਲਈਏ, ਫੇਰ ਜਿੰਨਾ ਆਪਣੇ ਆਪ ਦੇ ਵਿੱਚ ਮਰਜ਼ੀ ਚਿਤਾਰ ਲਈਏ, ਜਿੰਨੇ ਮਰਜ਼ੀ ਸਿਆਣੇ ਬਣ ਲਈਏ, ਫਿਰ ਉਹ ਗੱਲ ਨਹੀਂ ਬਣਦੀ, ਫਿਰ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ।
ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕਹਿਣ ਦੀ ਫਿਰ ਲੋੜ ਨਹੀਂ ਪੈਂਦੀ, ਉਹ ਵਿਚਾਰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ। ਤੇ ਕਈ ਦਫਾ ਇਦਾਂ ਵੀ ਇਹਦੇ ਉਲਟ ਹੁੰਦਾ, ਕਈ ਦਫਾ ਮਨੁੱਖ ਚਿਤਾਰਦਾ ਬਹੁਤਾ ਆਪਣੇ ਆਪ ਨੂੰ, ਤੇ ਉਹ ਗੱਲ ਉਦਾਂ ਬਣਦੀ ਨਹੀਂ। ਫਿਰ ਇਸੇ ਤਰ੍ਹਾਂ ਭਾਵ ਕਹਿਣ ਦਾ ਇਹ ਆ। ਹੁਣ ਕਹਿੰਦੇ ਭਾਈ ਨੰਦ ਚੰਦ ਵਰਗੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਉੱਥੇ ਕੋਈ ਵਿਗਾੜ ਨਾ ਪਵੇ, ਅਸੀਂ ਜਾ ਤੇ ਰਹੇ ਹਾਂ, ਤੁਹਾਡੇ ਹੁਕਮ ਨਾਲ ਕਿਰਪਾ ਕਰਿਓ। ਗੁਰੂ ਸਤਿਗੁਰ ਨੇ ਹੁਕਮ ਕਰ ਦਿੱਤਾ, ਸਿੱਖੋ ਘਬਰਾਉਣ ਦੀ ਲੋੜ ਨਹੀਂ, ਤੁਹਾਡਾ ਵਾਲ ਨਹੀਂ ਵਿੰਗਾ ਹੁੰਦਾ, ਕਿਸੇ ਪ੍ਰਕਾਰ ਕੋਈ ਹਾਨੀ ਨਹੀਂ ਪ੍ਰਾਪਤ ਹੁੰਦੀ। ਇੱਕ ਦਫਾ ਜਾ ਕੇ ਸਤਿਗੁਰੂ ਜੀ ਦੇ ਸਨਮੁਖ ਤੁਸੀਂ ਭਾਵਨਾ ਪ੍ਰੇਮ ਸ਼ਰਧਾ ਬਣਾ ਕੇ ਜਾਇਓ, ਤੁਹਾਨੂੰ ਕਿਸੇ ਪ੍ਰਕਾਰ ਕੋਈ ਵਿਗਾੜ ਨਹੀਂ ਪ੍ਰਾਪਤ ਹੁੰਦਾ। ਜਦੋਂ ਇਹ ਗੱਲ ਸਤਿਗੁਰ ਨੇ ਆਖ ਦਿੱਤੀ, ਹੁਣ ਭਾਈ ਨੰਦ ਚੰਦ ਵਰਗੇ ਸਿੱਖਾਂ ਦੇ ਮਨ ਦੇ ਵਿੱਚ ਪ੍ਰੇਮ ਭਾਵਨਾ ਸ਼ਰਧਾ ਪ੍ਰਾਪਤ ਹੋਈ ਹੈ, ਯਕੀਨ ਪ੍ਰਾਪਤ ਹੋਇਆ, ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਈ ਹੈ। ਉਸ ਵੇਲੇ ਗੁਰੂ ਪਿਆਰਿਓ ਉਹਨਾਂ ਨੇ ਵਿਚਾਰ ਪ੍ਰਾਪਤ ਕਰ ਲਈ ਕਿ ਹੁਣ ਸਤਿਗੁਰੂ ਜੀ ਸਾਡੇ ਵੱਲ ਹੈ, ਕਿਸੇ ਪ੍ਰਕਾਰ ਸਾਨੂੰ ਕਿਸੇ ਦੀ ਇੱਦਾਂ ਦੀ ਮੁਸ਼ਾਂਦਗੀ ਨਹੀਂ ਹੈ, ਇੱਦਾਂ ਦੀ ਵਿਚਾਰ ਨਹੀਂ ਕਿ ਕੋਈ ਮਨੁੱਖ ਸਾਡੇ ਤੇ ਭਾ ਵੀ ਹੋਵੇ, ਸਾਡੇ ਤੇ ਭਾਰੂ ਹੋਵੇ ਜਾਂ ਸਾਨੂੰ ਕੋਈ ਨੁਕਸਾਨ ਪਹੁੰਚਾਵੇ। ਫਿਰ ਤੇ ਸਤਿਗੁਰੂ ਜੀ ਆਪ ਅੰਗ ਸੰਗ ਹੋ ਕੇ ਵਰਤਦੇ ਨੇ, ਆਪ ਕਿਰਪਾ ਕਰਦੇ ਨੇ। ਮਨੁੱਖ ਨੂੰ ਬੜਾ ਯਤਨ ਕਰਦਾ ਥੱਲੇ ਸੁੱਟਣ ਵਾਸਤੇ, ਪਰ ਸਤਿਗੁਰੂ ਜੀ ਕਿਸੇ ਨੂੰ ਥੱਲੇ ਨਾ ਸੁੱਟਣ। ਸੰਸਾਰ ਦੇ ਲੋਕ ਬੜੇ ਯਤਨ ਕਰਦੇ ਨੇ, ਸਤਿਗੁਰੂ ਦੀ ਕਿਰਪਾ ਜਦੋਂ ਵਰਤਦੀ, ਸੰਸਾਰ ਦੇ ਲੋਕ ਜ਼ੋਰ ਆਪਣੇ ਵੱਲੋਂ ਬਹੁਤ ਲਾਉਂਦੇ ਨੇ, ਪਰ ਸਤਿਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਇਸ ਕਰਕੇ ਹੁਣ ਜਦੋਂ ਇਹ ਬਚਨ ਕਹੇ, ਉਹਨਾਂ ਨੇ ਸਾਰਾ ਵਿਚਾਰ ਸਤਿਗੁਰੂ ਤੇ ਸੁੱਟ ਦਿੱਤਾ, ਸਾਰੀ ਵਿਚਾਰ ਸਤਿਗੁਰੂ ਨੂੰ ਸੌਂਪ ਦਿੱਤੀ। ਲਓ ਸਤਿਗੁਰੂ ਜੀ, ਹੁਣ ਤੇ ਤੁਹਾਡੇ ਹੱਥ ਡੋਰ ਹੈ, ਮਾਰੀ ਭਾਵੇਂ ਤਾਰੀ, ਦੁੱਖ ਦੇਈ ਭਾਵੇਂ ਸੁਖ ਦੇਈ, ਤੇਰੇ ਬਣ ਕੇ ਰਹਿਣਾ, ਤੇਰੇ ਚਰਨਾਂ ਦੇ ਨਾਲ ਜੁੜ ਕੇ ਰਹਿਣਾ। ਜਿਵੇਂ ਤੁਹਾਡੀ ਮੱਤ ਹੈ, ਜਿਵੇਂ ਤੁਹਾਡੀ ਵਿਚਾਰ ਹੈ, ਉਹਦੇ ਮੁਤਾਬਕ ਰੱਖ ਲਿਓ ਸਤਿਗੁਰੂ ਜੀ। ਅਸੀਂ ਤੁਹਾਡੇ ਚਰਨਾਂ ਦੇ ਗੋਲੇ ਬਣ ਚੁੱਕੇ ਹਾਂ। ਉਸ ਵਕਤ ਉਹਨਾਂ ਨੇ ਤਿਆਰੀ ਕੀਤੀ, ਬੇਅੰਤ ਬੇਸ਼ੁਮਾਰ ਕੀਮਤੀ ਜਿਹੜੀਆਂ ਭੇਟਾਵਾਂ ਨੇ ਉਹ ਤਿਆਰ ਕੀਤੀਆਂ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਬਣਤੀ ਬਣੀ ਹੈ। ਉਸ ਵਕਤ ਗੁਰੂ ਪਿਆਰਿਓ ਬੇਸ਼ੁਮਾਰ ਸੋਨੇ ਚਾਂਦੀ ਦੇ ਭਾਂਡੇ ਤਿਆਰ ਕੀਤੇ ਨੇ, ਕਢਵਾਏ ਨੇ, ਸੋਨੇ ਚਾਂਦੀ ਦੇ ਭਾਂਡੇ ਤਿਆਰ ਕਰਕੇ ਇਦਾਂ ਦੇ ਕੱਪੜੇ ਪ੍ਰਾਪਤ ਕੀਤੇ ਨੇ ਜਿਹੜੇ ਮਹਿੰਗੇ ਤੋਂ ਮਹਿੰਗੇ ਨੇ, ਉਹ ਦਾਜ ਦੇ ਵਿੱਚ ਦੇਣ ਵਾਸਤੇ ਪ੍ਰਾਪਤ ਕੀਤੇ। ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਸਤਿਗੁਰੂ ਨੇ ਸਿੱਖਾਂ ਨੂੰ ਹੁਕਮ ਕੀਤਾ, ਉਹ ਸਿੱਖੋ ਜਾ ਕੇ ਸਾਡੇ ਥਾਂ ਤੇ ਉੱਥੇ ਕਾਰਜ ਸਵਾਰ ਕੇ ਵਾਪਸ ਆਇਓ, ਸਤਿਗੁਰੂ ਦੀ ਕਿਰਪਾ ਵਰਤੇਗੀ। ਤੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ। ਸਤਿਗੁਰੂ ਦੇ ਸਿੱਖਾਂ ਨੇ ਇਧਰੋਂ ਚਾਲੇ ਪਾਉਣ ਵਾਸਤੇ ਵਿਚਾਰ ਬਣਾਈ, ਬੇਅੰਤ ਇਦਾਂ ਦੀਆਂ ਵਿਚਾਰਾਂ ਪ੍ਰਾਪਤ ਕੀਤੀਆਂ। ਹੁਣ ਸਤਿਗੁਰੂ ਦੀ ਕਿਰਪਾ ਵਰਤਦੀ ਉਸ ਪਾਉਂਟਾ ਸਾਹਿਬ ਦੀ ਧਰਤੀ ਤੇ, ਸਤਿਗੁਰੂ ਦੀ ਕਿਰਪਾ ਨਾਲ ਬੇਅੰਤ ਗੁਰੂ ਨਾਨਕ ਦੇ ਦਰਕਾਰ ਦੀ ਜਿਹੜੀ ਸੋਭਾ ਏ, ਮਹਿਮਾ ਏ, ਵਡਿਆਈ, ਉਹ ਦਿਨੋਂ ਦਿਨ ਦੂਣੀ ਚੌਣੀ ਵੱਧਦੀ ਜਾ ਰਹੀ ਹੈ। ਜਿਉਂ-ਜਿਉਂ ਸੰਗਤ ਸਤਿਗੁਰ ਦੇ ਸਨਮੁਖ ਪਹੁੰਚਦੀ ਹੈ, ਤਿਉਂ-ਤਿਉਂ ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ। ਸਤਿਗੁਰ ਦੀ ਕਿਰਪਾ ਪ੍ਰਾਪਤ ਕਰਕੇ ਉਹ ਸੰਗਤ ਆਨੰਦ ਪ੍ਰਾਪਤ ਕਰਦੇ ਨੇ, ਖੁਸ਼ੀਆਂ ਪ੍ਰਾਪਤ ਕਰਦੇ ਨੇ। ਕਿਸੇ ਪ੍ਰਕਾਰ ਕੋਈ ਕਮੀ ਨਹੀਂ ਹੈ, ਕੋਈ ਘਾਟਾ ਨਹੀਂ ਹੈ, ਕਿਉਂਕਿ ਸਤਿਗੁਰ ਦੇ ਦਰਕਾਰ ਵਿਖੇ ਕਿਸੇ ਵਸਤੂ ਦਾ ਕੋਈ ਘਾਟਾ ਨਹੀਂ, ਕੋਈ ਵਸਤੂ ਦੂਣ ਊਣ ਚਿਣੀ ਨਹੀਂ, ਕਿਸੇ ਪ੍ਰਕਾਰ ਇਦਾਂ ਦੀ ਵਿਚਾਰ ਨਹੀਂ ਹੈ। ਹੁਣ ਸਤਿਗੁਰ ਦੇ ਦਰਕਾਰ ਕੀ ਨਹੀਂ, ਸਭ ਕੁਝ ਹੈ। ਤੇ ਜੇ ਹੈ ਨਹੀਂ, ਸਤਿਗੁਰ ਦੇ ਦਰਕਾਰ ਦੇ ਵਿੱਚ ਕਿਸੇ ਪ੍ਰਕਾਰ ਕੋਈ ਕਿਸੇ ਦੀ ਊਚ ਨੀਚ ਦੀ ਵਿਚਾਰ ਨਹੀਂ। ਹਰੇਕ ਉੱਤੇ ਸਤਿਗੁਰ ਜੀ ਇੱਕੋ ਜੀ ਬਖਸ਼ਿਸ਼ ਰਹਿਮਤ ਵਰਤਾਉਂਦੇ ਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਦੇ ਨੇ। ਦੁੱਖ ਸੁੱਖ ਇਹ ਕਰਮਾਂ ਦੀਆਂ ਗੱਲਾਂ ਨੇ ਪਿਆਰਿਓ, ਬਾਕੀ ਸਤਿਗੁਰ ਜੀ ਹਰੇਕ ਤੇ ਬਖਸ਼ਿਸ਼ ਕਰਦੇ ਨੇ। ਇਹੀ ਵਿਚਾਰ ਦੇ ਨਾਲ ਆਪਣੇ ਸਿੱਖਾਂ ਨੂੰ ਪ੍ਰਦਾਨ ਬਖਸ਼ਿਸ਼ਾਂ ਕਰਦੇ ਨੇ ਕਿ ਕੋਈ ਵੀ ਸਿੱਖ ਸਤਿਗੁਰ ਦੇ ਦਰਕਾਰ ਦੇ ਵਿੱਚ ਆਇਆ ਹੋਇਆ ਖਾਲੀ ਨਾ ਜਾਵੇ, ਕਿਸੇ ਪ੍ਰਕਾਰ ਕੋਈ ਮਨੁੱਖ ਨਿਰਾਸ਼ ਨਾ ਜਾਵੇ। ਪਰ ਉੱਥੇ ਜਦੋਂ ਕਰਮਾਂ ਦੀਆਂ ਗੱਲਾਂ ਆ ਜਾਂਦੀਆਂ, ਉਹਦੇ ਵਿੱਚ ਗੁਰੂ ਪਿਆਰਿਓ ਕੁਝ ਕੁ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਬਾਅਦ ਵਿੱਚ ਕਰਮ ਆ ਕੇ ਖਲੋ ਜਾਂਦੇ,
पर फिर भी सतगुरु जी उत्थे हथ दे के अपने सेवकां नूं, संगतां नूं, अपने प्यारिਆਂ ਨੂੰ ਹੱਥ ਦੇ ਕੇ ਰੱਖਣ ਦੀ ਵਿਚਾਰ ਰੱਖਦੇ ਨੇ, ਕਿਰਪਾ ਕਰ ਦਿੰਦੇ। ਇਸ ਕਰਕੇ ਉੱਥੇ ਪੌਂਟਾ ਸਾਹਿਬ ਦੀ ਧਰਤੀ ਤੇ ਇਦਾਂ ਬਖਸ਼ਿਸ਼ਾਂ ਰਹਿਮਤਾਂ ਵਰਤ ਰਹੀਆਂ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਅੱਜ ਦਾ ਵਿਚਾਰ ਜੋ ਕਥਾ ਦਾ ਸਮਾਪਤ ਹੋ ਚੁੱਕਿਆ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਭਾਈ ਨੰਦ ਚੰਦ ਵਰਗੇ, ਭਾਈ ਸੰਗੋ ਸ਼ਾਹ, ਭਾਈ ਦਇਆ ਰਾਮ ਵਰਗੇ ਹੋਰ ਇਹ ਅਨੰਨ ਪਿਆਰੇ ਸਿੱਖ ਸੇਵਕ ਕਿਵੇਂ ਸਤਿਗੁਰ ਦੇ ਪਵਿੱਤਰ ਮੁਖ ਦੇ ਵਿੱਚੋਂ ਬਚਨ ਕਹਿਆਂ ਨੂੰ ਪ੍ਰਾਪਤ ਕਰਕੇ ਉਹ ਫਤਿਹ ਸ਼ਾਹ ਦੀ ਪੁੱਤਰੀ ਦੇ ਵਿਆਹ ਆਨੰਦ ਕਾਰਜ ਵਿੱਚ ਪਹੁੰਚਦੇ ਆ। ਉੱਥੇ ਜਾ ਕੇ ਕਿਵੇਂ ਕਰਕੇ ਭੀਮ ਚੰਦ ਸੈਨ ਵਰਗੇ ਰਾਜਿਆਂ ਦੇ ਨਾਲ, ਇਹਨਾਂ ਹੰਕਾਰੀ ਰਾਜਿਆਂ ਦੇ ਨਾਲ, ਪਹਾੜੀ ਬਾਈਤਰ ਦੇ ਰਾਜੇ ਪਹਾੜੀ, ਉਹਨਾਂ ਨਾਲ ਕਿਵੇਂ ਸਾਹਮਣਾ ਹੁੰਦਾ, ਕਿਵੇਂ ਟਾਕਰਾ ਹੁੰਦਾ, ਕੀ ਵਿਚਾਰ ਬਣਦੀ ਹੈ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ। ਆਓ ਸਤਿਗੁਰੂ ਜੀ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।